ਇੱਕ ਕਮਰੇ ਵਿੱਚ ਇੱਕ ਬੁੱਢਾ ਆਦਮੀ ਜਿਸ ਦਾ ਨਾਮ ਸ਼ਾਮ ਲਾਲ ਸੀ, ਜ਼ਮੀਨ ਤੇ ਗਿਰਿਆ ਪਿਆ ਸੀ ਅਤੇ ਇੱਕ ਬੁੱਢੀ ਔਰਤ ਸ਼ਾਂਤੀ ਉਸ ਆਦਮੀ ਨੂੰ ਉਠਾਉਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਉਸ ਨੂੰ ਖੁੰਡੀ ਦਾ ਸਹਾਰਾ ਦਿੰਦੇ ਹੋਏ ਅੱਗੇ ਵਧੀ ਤੇ ਕਿਹਾ, ਸੁਣੋ ਜੀ, ਤੁਸੀਂ ਠੀਕ ਤਾਂ ਹੋ? ਤੁਹਾਨੂੰ ਕਿਤੇ ਸੱਟ ਤਾਂ ਨਹੀਂ ਲੱਗੀ? ਸ਼ਾਂਤੀ ਜੀ ਨੇ ਜਦੋਂ ਇਹ ਗੱਲ ਸ਼ਾਮ ਲਾਲ ਜੀ ਨੂੰ ਕਹੀ, ਆਪਣੀ ਘਰਵਾਲੀ ਦੀ ਆਵਾਜ਼ ਸੁਣ ਕੇ ਸ਼ਾਮ ਲਾਲ ਜੀ ਜਲਦੀ ਨਾਲ ਉੱਠ ਗਏ ਅਤੇ ਕਹਿਣ ਲੱਗੇ, ਹਾਂ ਹਾਂ, ਮੈਂ ਬਿਲਕੁਲ ਠੀਕ ਹਾਂ, ਤੂੰ ਮੇਰੀ ਫਿਕਰ ਨਾ ਕਰ। ਜਿੱਦਾਂ ਹੀ ਸ਼ਾਮ ਲਾਲ ਜੀ ਖੜੇ ਹੋਏ, ਉਸ ਦੀ ਘਰਵਾਲੀ ਸ਼ਾਂਤੀ ਉਸ ਨਾਲ ਟਕਰਾ ਗਈ ਤੇ ਉਹ ਕਹਿਣ ਲੱਗੇ, ਤੂੰ ਇਹ ਕੀ ਕਰ ਰਹੀ ਹੈ? ਉੱਥੇ ਹੀ ਬੈਠ ਜਾਂਦੀ, ਮੈਂ ਆ ਤਾਂ ਰਿਹਾ ਸੀ ਤੇਰੇ ਕੋਲ। ਦਰਅਸਲ ਉਹ ਦੋਨੋਂ ਹੀ ਅੰਨੇ ਸੀ, ਕੁਝ ਦੇਖ ਨਹੀਂ ਸਕਦੇ ਸੀ। ਸ਼ਾਮ ਲਾਲ ਜੀ ਨੇ ਕਿਹਾ, ਤੂੰ ਵੀ ਬਿਨਾਂ ਹੀ ਗੱਲ ਦੇ ਪਰੇਸ਼ਾਨ ਹੋ ਜਾਨੀ ਹੈ। ਚੱਲ ਜਾ, ਉੱਥੇ ਮੰਜੇ ਤੇ ਬੈਠ ਜਾ ਅਤੇ ਉੱਥੇ ਪਾਣੀ ਪਿਆ। ਜੇ ਤੂੰ ਫਿਸਲ ਗਈ ਤਾਂ ਫਿਰ ਤੇਰੀਆਂ ਹੱਡੀਆਂ 'ਚ ਇੰਨੀ ਜਾਨ ਵੀ ਨਹੀਂ। ਜੇ ਕਿਤੇ ਸੱਟ ਲੱਗ ਗਈ ਤਾਂ ਲੈਣੇ ਦੇ ਦੇਣੇ ਪੈ ਜਾਣਗੇ ਅਤੇ ਫਿਰ ਤੇਰੀ ਸਿਹਤ ਵੀ ਤਾਂ ਠੀਕ ਨਹੀਂ। ਜਾ ਕੇ ਆਰਾਮ ਨਾਲ ਬੈਠ ਜਾ। ਸ਼ਾਂਤੀ ਜੀ ਆਪਣੀ ਖੁੰਡੀ ਦੇ ਸਹਾਰੇ ਜਾ ਕੇ ਮੰਜੇ ਤੇ ਬੈਠ ਗਈ ਤੇ ਸ਼ਾਮ ਲਾਲ ਜੀ ਵੀ ਇੱਕ ਲੱਕੜੀ ਦਾ ਸਹਾਰੇ ਨਾਲ ਹੌਲੀ-ਹੌਲੀ ਗਏ ਅਤੇ ਇੱਕ ਖਰਾਬ ਜਿਹਾ ਕੱਪੜਾ ਲਿਆ ਕੇ ਉੱਥੇ ਡੁੱਲਿਆ ਪਾਣੀ ਸਾਫ਼ ਕਰਨ ਲੱਗੇ। ਇੰਨੇ ਵਿੱਚ ਹੀ ਉਹਨਾਂ ਦੀ ਨੂੰਹ ਉੱਥੇ ਆਈ ਤੇ ਫਰਸ਼ ਤੇ ਪਾਣੀ ਗਿਰਿਆ ਦੇਖ ਕੇ ਉੱਚੀ-ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਦੋਨਾਂ ਨੇ ਤਾਂ ਮੇਰੀ ਜ਼ਿੰਦਗੀ ਨਰਕ ਕਰ ਰੱਖੀ ਹੈ, ਮੇਰੀ ਜਾਨ ਹੀ ਖਾ ਲਈ। ਕੁਝ ਕੰਮ ਤਾਂ ਤੁਸੀਂ ਕਰਦੇ ਨਹੀਂ, ਬਸ ਕੰਮ ਵਧਾਉਂਦੇ ਰਹਿੰਦੇ ਹੋ। ਉਸ ਨੇ ਉਹਨਾਂ ਨੂੰ ਬਹੁਤ ਕੁਝ ਸੁਣਾਇਆ। ਇੰਨੇ ਵਿੱਚ ਸ਼ਾਂਤੀ ਜੀ ਨੇ ਕਿਹਾ, ਬਹੂ, ਤੇਰਾ ਸਹੁਰਾ ਸਾਫ਼ ਤਾਂ ਕਰ ਰਿਹਾ ਹੈ। ਜਿੱਥੋਂ ਤੱਕ ਕੰਮ ਕਰਨ ਦੀ ਗੱਲ ਹੈ, ਅਸੀਂ ਆਪਣੇ ਸਾਰੇ ਕੰਮ ਆਪ ਹੀ ਤਾਂ ਕਰਦੇ ਹਾਂ, ਚਾਹੇ ਜਿੱਦਾਂ ਦੇ ਵੀ ਹੋਣ। ਉਸ ਸਮੇਂ ਨੂੰਹ ਨੇ ਕਿਹਾ, ਕਿਹੜਾ ਸਾਨ ਕਰਦੇ ਹੋ? ਆਪਣਾ ਕੰਮ ਤਾਂ ਕਰਨਾ ਹੀ ਪੈਣਾ ਹੈ। ਅੱਖਾਂ ਹੀ ਫੁੱਟੀਆਂ ਨੇ, ਹੱਥ ਪੈਰ ਤਾਂ ਸਲਾਮਤ ਨੇ। ਜੇ ਹੱਥ ਹਿਲਾ ਵੀ ਲਿਆ ਤਾਂ ਕਿਹੜਾ ਪਹਾੜ ਟੁੱਟ ਗਿਆ ਜਾਂ ਫਿਰ ਜ਼ਮੀਨ ਫਟ ਗਈ। ਉਹ ਹੱਥ ਵਿੱਚ ਇੱਕ ਰੋਟੀ ਲਈ ਖੜੀ ਸੀ, ਜਿਸ ਵਿੱਚ ਉਹ ਆਪਣੇ ਸੱਸ ਸਹੁਰੇ ਲਈ ਰੋਟੀਆਂ ਲੈ ਕੇ ਆਈ ਸੀ। ਉਸ ਨੇ ਰੋਟੀਆਂ ਇੱਕ ਪੌਣੇ ਵਿੱਚ ਬੰਨੀਆਂ ਸੀ। ਉਸ ਨੇ ਉਹ ਪੌਣਾ ਆਪਣੀ ਸੱਸ ਸ਼ਾਂਤੀ ਜੀ ਵੱਲ ਸੁੱਟਿਆ ਤੇ ਕਿਹਾ ਕਿ ਜਦ ਇਹ ਸਭ ਕਰ ਲਓ ਤਾਂ ਰੋਟੀ ਖਾ ਲਿਓ, ਮੈਂ ਜਾ ਰਹੀ ਹਾਂ। ਉਹ ਰੋਟੀਆਂ ਵਾਲਾ ਪੌਣਾ ਸ਼ਾਂਤੀ ਜੀ ਦੇ ਮੰਜੇ ਨਾਲ ਟਕਰਾ ਕੇ ਨੀਚੇ ਗਿਰ ਗਿਆ। ਹਾਲੇ ਤੱਕ ਸ਼ਾਮ ਲਾਲ ਜੀ ਪਾਣੀ ਸਾਫ਼ ਕਰਕੇ ਜਿੱਦਾਂ ਹੀ ਆ ਕੇ ਮੰਜੇ ਤੇ ਬੈਠੇ, ਉਹਨਾਂ ਨੂੰ ਭੁੱਖ ਲੱਗ ਰਹੀ ਸੀ। ਇਸ ਲਈ ਉਹਨਾਂ ਨੇ ਆਉਂਦੇ ਹੀ ਸ਼ਾਂਤੀ ਜੀ ਨੂੰ ਕਹਿਣ ਲੱਗੇ, ਸ਼ਾਂਤੀ, ਰੋਟੀਆਂ ਦੇ, ਮੈਨੂੰ ਤਾਂ ਬਹੁਤ ਭੁੱਖ ਲੱਗ ਰਹੀ ਹੈ। ਅੱਜ ਰੋਟੀ ਬਣਾਉਣ ਵਿੱਚ ਬਹੂ ਨੇ ਦੇਰ ਵੀ ਕਰ ਦਿੱਤੀ। ਉਹਨਾਂ ਨੇ ਕਿਹਾ, ਲਿਆ ਮੈਨੂੰ ਰੋਟੀ ਫੜਾ। ਸ਼ਾਂਤੀ ਜੀ ਮੰਜੇ ਤੇ ਬੈਠੀ ਜ਼ਮੀਨ ਤੇ ਹੱਥ ਘੁਮਾਉਣ ਲੱਗੀ, ਪਰ ਉਹਨਾਂ ਨੂੰ ਰੋਟੀਆਂ ਨਹੀਂ ਮਿਲ ਰਹੀਆਂ ਸੀ। ਕਿਉਂਕਿ ਉਹ ਦੇਖ ਨਹੀਂ ਸਕਦੇ ਸੀ, ਤਾਂ ਦੋਨੋਂ ਹੀ ਆਪਣੇ ਹੱਥਾਂ ਦੀ ਮਦਦ ਨਾਲ ਮੰਜੇ ਤੇ ਰੋਟੀਆਂ ਲੱਭਣ ਲੱਗੇ, ਪਰ ਉਹ ਰੋਟੀਆਂ ਤਾਂ ਨੀਚੇ ਗਿਰ ਗਈਆਂ ਸੀ, ਇਸ ਲਈ ਉਹ ਆਸਾਨੀ ਨਾਲ ਨਹੀਂ ਮਿਲ ਰਹੀਆਂ ਸੀ। ਹੁਣ ਉਹ ਦੋਨੋਂ ਆਪਣੇ ਉਸ ਕਮਰੇ ਦੇ ਫਰਸ਼ ਤੇ ਹੱਥ ਘੁਮਾਉਂਦੇ ਰੋਟੀਆਂ ਲੱਭਦੇ। ਜਦੋਂ ਤੱਕ ਉਹਨਾਂ ਨੂੰ ਰੋਟੀਆਂ ਮਿਲੀਆਂ, ਉਹ ਦੋਨੋਂ ਰੋਟੀਆਂ ਲੈ ਕੇ ਹਾਲੇ ਖਾਣ ਹੀ ਬੈਠੇ ਸੀ। ਜਿੱਦਾਂ ਹੀ ਰੋਟੀਆਂ ਕੱਢੀਆਂ, ਪਤਾ ਲੱਗਿਆ ਕਿ ਉਹ ਤਾਂ ਰਾਤ ਦੀਆਂ ਬਾਸੀ ਰੋਟੀਆਂ ਸੀ, ਜਿਸ ਦੇ ਵਿੱਚ ਅੰਬ ਦਾ ਅਚਾਰ ਉਹਨਾਂ ਦੀ ਨੂੰਹ ਰੱਖ ਕੇ ਦੇ ਗਈ ਸੀ। ਖਾਣ ਵਿੱਚ ਰੋਜ਼ ਹੀ ਉਹਨਾਂ ਨੂੰ ਅਚਾਰ ਤੇ ਪਿਆਜ਼ ਦਿੰਦੀ ਸੀ, ਪਰ ਅੱਜ ਰਾਤ ਦੀ ਬਾਸੀ ਰੋਟੀ। ਜਦੋਂ ਸ਼ਾਂਤੀ ਜੀ ਨੇ ਆਪਣੀ ਨੂੰਹ ਨੂੰ ਕਿਹਾ, ਬਹੂ, ਮੇਰੀ ਤਾਂ ਸਿਹਤ ਠੀਕ ਨਹੀਂ, ਤੂੰ ਰਾਤ ਦਾ ਖਾਣਾ ਸਾਨੂੰ ਕਿਉਂ ਦਿੱਤਾ? ਇੱਕ ਦੋ ਦਿਨ ਸਾਨੂੰ ਬਾਸੀ ਰੋਟੀ ਨਾ ਦੇ। ਪਰ ਉਹ ਫੇਰ ਵੀ ਰਾਤ ਦੀਆਂ ਰੋਟੀਆਂ ਦੇ ਕੇ ਚਲੀ ਜਾਂਦੀ। ਭੁੱਖ ਕਰਕੇ ਰੋਟੀਆਂ ਉਹਨਾਂ ਨੇ ਖਾ ਲਿੱਤੀਆਂ ਅਤੇ ਦੋਨੋਂ ਹੀ ਆਪਣੇ ਮੰਜੇ ਤੇ ਲੰਮੇ ਪਏ। ਅਚਾਨਕ ਹੀ ਉਹ ਪੁਰਾਣੇ ਦਿਨਾਂ ਨੂੰ ਯਾਦ ਕਰਨ ਲੱਗੇ ਅਤੇ ਆਪਸ ਵਿੱਚ ਗੱਲਾਂ ਕਰਕੇ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਨ ਲੱਗੇ। ਗੱਲ ਉਸ ਸਮੇਂ ਦੀ ਸੀ ਜਦੋਂ ਉਹਨਾਂ ਦਾ ਪੁੱਤ ਰਾਜ ਬਹੁਤ ਛੋਟਾ ਸੀ, ਪੂਰੇ ਘਰ ਵਿੱਚ ਖੇਡਦਾ ਫਿਰਦਾ। ਸ਼ਾਂਤੀ ਜੀ ਤਾਂ ਬਸ ਪੂਰਾ ਦਿਨ ਉਸ ਦੇ ਪਿੱਛੇ ਭੱਜਦੀ ਤੇ ਉਹ ਪੂਰਾ ਦਿਨ ਬਸ ਇੱਧਰ ਉੱਧਰ ਘੁੰਮਦਾ ਰਹਿੰਦਾ ਸੀ। ਉਂਝ ਤਾਂ ਸਾਰੇ ਹੀ ਬੱਚੇ ਸ਼ਰਾਰਤੀ ਹੁੰਦੇ ਨੇ, ਪਰ ਰਾਜ ਹੱਦ ਤੋਂ ਜ਼ਿਆਦਾ ਸ਼ਰਾਰਤੀ ਸੀ। ਹਰ ਰੋਜ਼ ਆਪਣੇ ਹੱਥਾਂ ਜਾਂ ਪੈਰਾਂ 'ਚ ਕਿਤੇ ਨਾ ਕਿਤੇ ਸੱਟ ਲਾ ਲੈਂਦਾ ਤੇ ਫਿਰ ਸ਼ਾਂਤੀ ਜੀ ਦੇ ਕੋਲ ਆ ਕੇ ਰੋਣ ਲੱਗ ਜਾਂਦਾ ਤਾਂ ਜੋ ਉਸ ਨੂੰ ਝਿੜਕਾਂ ਨਾ ਪੈਣ। ਇੱਕ ਦਿਨ ਤਾਂ ਰਾਜ ਨੇ ਹੱਦ ਹੀ ਕਰ ਦਿੱਤੀ। ਸ਼ਾਂਤੀ ਜੀ ਨੂੰ ਬਿਨਾਂ ਦੱਸੇ ਰਸੋਈ ਦੀ ਸੈਲਫ ਤੇ ਖੜਾ ਹੋ ਕੇ ਰਸੋਈ ਵਿੱਚ ਕੁਝ ਲੱਭ ਰਿਹਾ ਸੀ ਕਿ ਉਸ ਸਮੇਂ ਸ਼ਾਂਤੀ ਜੀ ਉੱਥੇ ਆ ਗਈ ਤੇ ਉਹਨਾਂ ਨੇ ਜਦੋਂ ਉਸ ਦਾ ਮੂੰਹ ਦੇਖਿਆ ਤਾਂ ਹੱਸ-ਹੱਸ ਕੇ ਲੋਟ-ਪੋਟ ਹੋ ਗਈ ਸੀ। ਸ਼ਾਮ ਲਾਲ ਜੀ ਨੂੰ ਹੱਸਦੇ-ਹੱਸਦੇ ਆਵਾਜ਼ ਦੇ ਕੇ ਕਹਿਣ ਲੱਗੀ, ਜਲਦੀ ਆਓ, ਆ ਕੇ ਦੇਖੋ ਤੁਹਾਡੇ ਲਾਡਲੇ ਪੁੱਤ ਨੇ ਕੀ ਕੀਤਾ ਹੈ।
ਸ਼ਾਮ ਲਾਲ ਜੀ ਜਿੱਦਾਂ ਹੀ ਕਮਰੇ ਵਿੱਚ ਆਏ, ਉਹਨਾਂ ਨੇ ਰਾਜ ਦਾ ਮੂੰਹ ਦੇਖਿਆ ਤਾਂ ਬਹੁਤ ਹੱਸੇ, ਕਿਉਂਕਿ ਉਸ ਨੇ ਆਪਣਾ ਮੂੰਹ ਪੂਰਾ ਹੀ ਗੰਦਾ ਕਰ ਲਿਆ ਸੀ ਅਤੇ ਸਾਰੇ ਮੂੰਹ ਦੇ ਉੱਤੇ ਕੁਝ ਨਾ ਕੁਝ ਲਾ ਲਿਆ ਸੀ, ਜਿਸ ਕਰਕੇ ਉਸ ਦੇ ਮਾਪਿਓ ਉਸ ਨੂੰ ਦੇਖ ਕੇ ਹੱਸ ਰਹੇ ਸੀ। ਫਿਰ ਸ਼ਾਂਤੀ ਜੀ ਨੇ ਉਸ ਦੇ ਮੂੰਹ ਨੂੰ ਸਾਫ਼ ਕੀਤਾ ਅਤੇ ਉਸ ਨੂੰ ਸਾਫ਼-ਸੁਥਰੇ ਕੱਪੜੇ ਪਾਏ, ਉਸ ਨੂੰ ਗਲੇ ਨਾਲ ਲਾ ਲਿਆ। ਫਿਰ ਸ਼ਾਮ ਲਾਲ ਜੀ ਨੇ ਉਸ ਨੂੰ ਇੱਕ ਖਿਡੌਣਾ ਲਿਆ ਕੇ ਦਿੱਤਾ, ਜਿਸ ਨੂੰ ਲੈ ਕੇ ਸਾਰਾ ਦਿਨ ਖੇਡਦਾ ਰਹਿੰਦਾ ਸੀ। ਏਦਾਂ ਹੀ ਸਮਾਂ ਬੀਤ ਰਿਹਾ ਸੀ, ਰਾਜ ਵੱਡਾ ਹੋ ਰਿਹਾ ਸੀ। ਵੱਡੇ ਹੁੰਦੇ-ਹੁੰਦੇ ਉਸ ਦੇ ਮਾਪਿਓ ਨਾਲ ਉਸ ਦਾ ਪਿਆਰ ਵੀ ਬਹੁਤ ਸੀ, ਆਪਣੇ ਮਾਪਿਓ ਨਾਲ ਬਹੁਤ ਪਿਆਰ ਕਰਦਾ ਸੀ। ਉਸ ਦਾ ਸੁਪਨਾ ਸੀ ਕਿ ਉਹ ਆਪਣੇ ਦੇਸ਼ ਦੀ ਸੇਵਾ ਕਰੇ, ਜੋ ਕਿ ਉਸ ਨੇ 14-15 ਸਾਲ ਦੀ ਉਮਰ ਵਿੱਚ ਇਹ ਸੁਪਨਾ ਦੇਖਿਆ ਸੀ। ਪਰ ਇਹ ਸੁਪਨਾ ਉਸ ਦਾ ਸੁਪਨਾ ਨਹੀਂ, ਉਸ ਦੀ ਜਿੱਦ ਸੀ, ਜੋ ਉਸ ਨੂੰ ਪੂਰੀ ਕਰਨਾ ਚਾਹੁੰਦਾ ਸੀ। ਸ਼ਾਇਦ ਇਸੇ ਕਰਕੇ ਜਦੋਂ ਭਰਤੀ ਦੇਣ ਤੋਂ ਬਾਅਦ ਵੀ ਜਦੋਂ ਅਸਫਲ ਹੋਇਆ ਤਾਂ ਉਸ ਨੇ ਹਿੰਮਤ ਨਾ ਹਾਰੀ। ਅਖੀਰ ਵਿੱਚ ਉਹ ਫੌਜ ਵਿੱਚ ਭਰਤੀ ਹੋ ਗਿਆ। ਉਸ ਦੇ ਮਾਪਿਓ ਚਾਹੁੰਦੇ ਤਾਂ ਨਹੀਂ ਸੀ, ਪਰ ਉਹਨਾਂ ਨੇ ਆਪਣੇ ਪੁੱਤ ਦੀ ਖੁਸ਼ੀ ਲਈ ਆਪਣੇ ਦਿਲ ਨੂੰ ਮਨਾ ਲਿਆ ਸੀ। ਜਦੋਂ 21 ਸਾਲ ਦੀ ਉਮਰ ਵਿੱਚ ਉਹ ਵਧੀਆ ਪੋਸਟ 'ਤੇ ਲੱਗ ਚੁੱਕਿਆ ਸੀ ਤਾਂ ਉਸ ਦੇ ਮਾਪਿਓ ਨੂੰ ਘਰ ਵਿੱਚ ਇਕੱਲੇ ਹੀ ਰਹਿੰਦੇ ਸੀ, ਜਿਨ੍ਹਾਂ ਨਾਲ ਉਹ ਬਹੁਤ ਪਿਆਰ ਕਰਦਾ ਸੀ। ਸ਼ਾਮ ਲਾਲ ਜੀ ਦੇ ਕੋਲ ਵੀ ਰਾਜ ਲਈ ਬਹੁਤ ਰਿਸ਼ਤੇ ਆਉਣ ਲੱਗੇ ਸੀ, ਕਿਉਂਕਿ ਰਿਸ਼ਤੇਦਾਰਾਂ ਵਿੱਚ ਸਭ ਨੂੰ ਪਤਾ ਸੀ ਕਿ ਪਰਿਵਾਰ ਵਿੱਚ ਸਾਰੇ ਹੀ ਲੋਕ ਵਧੀਆ ਨੇ, ਸਿੱਧੇ-ਸਾਦੇ ਨੇ ਅਤੇ ਰਾਜ ਦੀ ਨੌਕਰੀ ਵਧੀਆ ਲੱਗੀ ਹੈ। ਇਸ ਲਈ ਰਾਜ ਦੇ ਆਉਣ ਵਾਲੇ ਕਈ ਰਿਸ਼ਤੇ ਤਾਂ ਸ਼ਾਮ ਲਾਲ ਜੀ ਨੇ ਮਨਾ ਕਰ ਦਿੱਤੇ ਸੀ, ਕਿਉਂਕਿ ਰਾਜ ਵਿਆਹ ਲਈ ਮਨਾ ਕਰ ਦਿੰਦਾ ਸੀ। ਪਰ ਇਸ ਵਾਰੀ ਨਾਲ ਦੇ ਪਿੰਡ ਤੋਂ ਰਜਨੀ ਨਾਮ ਦੀ ਕੁੜੀ ਦਾ ਰਿਸ਼ਤਾ ਆਇਆ ਅਤੇ ਜਦੋਂ ਸ਼ਾਮ ਲਾਲ ਜੀ ਨੇ ਇਸ ਬਾਰੇ ਰਾਜ ਨੂੰ ਦੱਸਿਆ ਤਾਂ ਉਸ ਨੇ ਵੀ ਇਹ ਸੋਚ ਕੇ ਹਾਂ ਕਰ ਦਿੱਤੀ ਕਿ ਮੈਂ ਤਾਂ ਘਰ ਨਹੀਂ ਰਹਿੰਦਾ, ਮੇਰੇ ਮਾਪਿਓ ਦੀ ਦੇਖਭਾਲ ਲਈ ਘਰ ਵਿੱਚ ਕੋਈ ਤਾਂ ਹੋਣਾ ਚਾਹੀਦਾ ਹੈ। ਵਿਆਹ ਹੋ ਜਾਊਗਾ ਤਾਂ ਘੱਟੋ-ਘੱਟ ਘਰ ਵਿੱਚ ਮੰਮੀ-ਪਾਪਾ ਇਕੱਲੇ ਤਾਂ ਨਹੀਂ ਰਹਿਣਗੇ। ਜਿੱਦਾਂ ਹੀ ਰਾਜ ਨੂੰ ਛੁੱਟੀਆਂ ਮਿਲੀਆਂ ਅਤੇ ਉਹ ਘਰ ਆਇਆ, 10 ਦਿਨਾਂ ਦੇ ਵਿੱਚ ਹੀ ਉਸ ਦਾ ਵਿਆਹ ਹੋ ਗਿਆ ਅਤੇ ਜਿਸ ਦਿਨ ਰਾਜ ਦਾ ਵਿਆਹ ਸੀ, ਉਸੇ ਦਿਨ ਸ਼ਾਮ ਲਾਲ ਤੇ ਸ਼ਾਂਤੀ ਜੀ ਦੋਨੋਂ ਘਰ ਦੇ ਕੰਮਾਂ ਵਿੱਚ ਬਹੁਤ ਰੁੱਝੇ ਸੀ। ਉਸ ਸਮੇਂ ਹਲਵਾਈ ਨੇ ਆਵਾਜ਼ ਮਾਰੀ ਕਿ ਕਿੱਥੇ ਹੋ, ਦੋਨੋਂ ਵੱਡੇ-ਵੱਡੇ ਭਾਂਡੇ ਚੁੱਕਣ ਵਿੱਚ ਉਹਨਾਂ ਦੀ ਮਦਦ ਕਰ ਦੇਣ, ਕਿਉਂਕਿ ਮਜ਼ਦੂਰਾਂ ਦੇ ਆਉਣ ਵਿੱਚ ਸਮਾਂ ਲੱਗ ਜਾਣਾ ਸੀ। ਦੋਨੋਂ ਜਣੇ ਉਸ ਦੀ ਮਦਦ ਕਰਨ ਲਈ ਹਲਵਾਈ ਕੋਲ ਗਏ। ਜਦੋਂ ਦੋਨੋਂ ਗੈਸ 'ਤੇ ਕੜਾਹੀ ਰੱਖਣ ਜਾ ਰਹੇ ਸੀ ਕਿ ਸਿਲੰਡਰ ਅਚਾਨਕ ਫਟ ਗਿਆ ਅਤੇ ਦੋਨੋਂ ਪਤੀ-ਪਤਨੀ ਤੇ ਤੀਜਾ ਹਲਵਾਈ ਬੇਹੋਸ਼ ਹੋ ਗਏ। ਜਦ ਉਹਨਾਂ ਨੂੰ ਹੋਸ਼ ਆਇਆ ਤਾਂ ਉਹ ਹਸਪਤਾਲ ਵਿੱਚ ਸੀ। ਹਲਵਾਈ ਨੇ ਅੱਖਾਂ ਖੋਲ੍ਹਦੇ ਹੀ ਕਿਹਾ, ਬਾਬੂ ਜੀ, ਮੇਰੀਆਂ ਤਾਂ ਅੱਖਾਂ ਬਹੁਤ ਜਲ ਰਹੀਆਂ ਨੇ, ਕੁਝ ਸਾਫ਼ ਦਿਖਾਈ ਨਹੀਂ ਦੇ ਰਿਹਾ, ਕਿਉਂਕਿ ਹਾਲੇ ਤੱਕ ਉਸ ਨੂੰ ਹੋਸ਼ ਆਇਆ ਸੀ ਤਾਂ ਰਾਜ ਉਸ ਨੂੰ ਦੇਖਣ ਗਿਆ ਕਿ ਇੰਨੇ ਵਿੱਚ ਨਰਸ ਨੇ ਆਵਾਜ਼ ਮਾਰੀ, ਸ਼ਾਮ ਲਾਲ ਜੀ ਦਾ ਬੇਟਾ ਕਿੱਥੇ ਹੈ? ਰਾਜ ਨੇ ਜਿੱਦਾਂ ਹੀ ਆਵਾਜ਼ ਸੁਣੀ ਭੱਜ ਕੇ ਆਇਆ ਤੇ ਕਹਿਣ ਲੱਗਿਆ, ਹਾਂਜੀ ਦੱਸੋ ਸਿਸਟਰ, ਮੈਂ ਹਾਂ ਇਹਨਾਂ ਦਾ ਬੇਟਾ। ਤਾਂ ਨਰਸ ਨੇ ਕਿਹਾ, ਆਪਣੇ ਮਾਪਿਓ ਕੋਲ ਜਾਓ। ਜਿੱਦਾਂ ਹੀ ਆਪਣੇ ਮਾਪਿਓ ਦੇ ਕੋਲ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉਹ ਦੋਨੋਂ ਬਹੁਤ ਬੇਚੈਨ ਸੀ ਤੇ ਦਰਦ ਨਾਲ ਤੜਫ ਰਹੇ ਸੀ। ਕਾਰਨ ਇਹ ਸੀ ਕਿ ਉਹਨਾਂ ਦੀ ਅੱਖਾਂ ਤਾਂ ਖੁੱਲ੍ਹੀਆਂ ਹੋਈਆਂ ਸੀ, ਫਿਰ ਵੀ ਉਹਨਾਂ ਨੂੰ ਕੁਝ ਨਹੀਂ ਦਿਸ ਰਿਹਾ ਸੀ। ਜਿੱਦਾਂ ਹੀ ਰਾਜ ਨੇ ਆਵਾਜ਼ ਦਿੱਤੀ, ਦੋਨੋਂ ਆਵਾਜ਼ ਵੱਲ ਵੇਖਣ ਲੱਗੇ, ਪਰ ਆਪਣੇ ਪੁੱਤ ਨੂੰ ਦੇਖ ਨਹੀਂ ਪਾ ਰਹੇ ਸੀ। ਇਸ ਲਈ ਉਹ ਤੜਫ ਉੱਠੇ ਤੇ ਦੋਨੋਂ ਰੋਣ ਲੱਗੇ ਤੇ ਕਹਿਣ ਲੱਗੇ, ਰਾਜ ਕਿੱਥੇ ਆ ਪੁੱਤ, ਸਾਨੂੰ ਕੁਝ ਨਹੀਂ ਦਿਸ ਰਿਹਾ। ਰਾਜ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ। ਉਹ ਜਲਦੀ ਨਾਲ ਡਾਕਟਰ ਦੇ ਕੋਲ ਗਿਆ ਤਾਂ ਡਾਕਟਰ ਨੇ ਦੱਸਿਆ ਕਿ ਅੱਗ ਦੇ ਇਫੈਕਟ ਕਰਕੇ ਸਰੀਰ ਦੇ ਨਾਲ-ਨਾਲ ਅੱਖਾਂ 'ਤੇ ਵੀ ਅਸਰ ਹੋ ਗਿਆ, ਜਿਸ ਕਰਕੇ ਉਹ ਕੁਝ ਨਹੀਂ ਦੇਖ ਪਾ ਰਹੇ। ਹੋ ਸਕਦਾ ਅੱਗੇ ਚੱਲ ਕੇ ਉਹ ਦੇਖ ਸਕਣ। ਇਹ ਸੁਣ ਕੇ ਰਾਜ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਏਡਾ ਵੱਡਾ ਹਾਦਸਾ ਹੋਣ ਕਰਕੇ ਵਿਆਹ ਕੈਂਸਲ ਹੋ ਗਿਆ। ਰਾਜ ਦੇ ਪਿੰਡ ਦੇ ਲੋਕ ਵੀ ਉੱਥੇ ਆ ਗਏ। ਫਿਰ ਰਾਜ ਦੇ ਸਹੁਰੇ ਵੀ ਉੱਥੇ ਆ ਗਏ ਸੀ। ਸਾਰੇ ਲੋਕ ਸ਼ਾਮ ਲਾਲ ਜੀ ਤੇ ਸ਼ਾਂਤੀ ਜੀ ਨੂੰ ਦੇਖਣ ਉਹਨਾਂ ਦੇ ਕੋਲ ਪਹੁੰਚੇ। ਉਸ ਸਮੇਂ ਇੱਕ ਪੜੋਸਣ ਕਹਿਣ ਲੱਗੀ, ਕਿੰਨੀ ਬਦਸ਼ਗਨੀ ਕੁੜੀ ਹੈ, ਹਾਲੇ ਆਈ ਵੀ ਨਹੀਂ ਤੇ ਆਉਣ ਤੋਂ ਪਹਿਲਾਂ ਹੀ ਸੱਸ ਸਹੁਰੇ ਦੀਆਂ ਅੱਖਾਂ ਖੋਹ ਲਈਆਂ। ਉਸ ਦੇ ਤਾਂ ਪੈਰ ਹੀ ਅਸ਼ੁਭ ਨੇ, ਜਿਸ ਘਰ ਵਿੱਚ ਪਏ ਉੱਥੇ ਇੰਨਾ ਕੁਝ ਕਰ ਦਿੱਤਾ। ਹਾਲੇ ਰਜਨੀ ਦਾ ਪਿਓ ਉੱਥੇ ਖੜਾ ਸੀ, ਕਹਿਣ ਲੱਗਿਆ, ਭੈਣ ਜੀ ਇੱਦਾਂ ਨਾ ਕਹੋ, ਮੇਰੀ ਧੀ ਤਾਂ ਪਹਿਲਾਂ ਤੋਂ ਬਹੁਤ ਦੁਖੀ ਹੈ। ਬਚਪਨ ਤੋਂ ਬਿਨਾਂ ਮਾਂ ਤੋਂ ਮੈਂ ਉਸ ਨੂੰ ਪਾਲ ਪੋਸ ਕੇ ਵੱਡਾ ਕੀਤਾ। ਉਹ ਹੱਥ ਜੋੜ ਕੇ ਰਾਜ ਦੇ ਸਾਹਮਣੇ ਗੋਡਿਆਂ ਦੇ ਬਲ ਬੈਠ ਗਿਆ ਤੇ ਕਹਿਣ ਲੱਗਿਆ, ਪੁੱਤ ਇਹਨਾਂ ਗੱਲਾਂ ਕਰਕੇ ਤੂੰ ਰਿਸ਼ਤਾ ਨਾ ਤੋੜ ਦੇਵੀਂ, ਸਾਡੀ ਵੱਡੀ ਬਦਨਾਮੀ ਹੋਣੀ ਹੈ। ਕਿ ਉਸੇ ਸਮੇਂ ਸ਼ਾਂਤੀ ਜੀ ਨੇ ਕਿਹਾ, ਭਾਈ ਸਾਹਿਬ ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ? ਰਜਨੀ ਸਾਡੀ ਨੂੰਹ ਹੈ ਤੇ ਸਾਡੀ ਅਮਾਨਤ ਹੈ,
ਤੁਹਾਡੇ ਕੋਲ, ਜਿਸ ਨੂੰ ਅਸੀਂ ਜਲਦ ਹੀ ਆਪਣੇ ਘਰ ਲੈ ਜਾਵਾਂਗੇ। ਹਾਂ, ਇਹ ਸਭ ਸਮੇਂ ਦੀ ਗੱਲ ਹੈ। ਜੋ ਹੋਣਾ ਸੀ ਉਹ ਹੋ ਕੇ ਰਹਿੰਦਾ ਹੈ। ਇਸ ਵਿੱਚ ਰਜਨੀ ਦਾ ਕੀ ਕਸੂਰ ਹੈ? ਉਹ ਦੋਨੋਂ ਹੀ ਉਸ ਨੂੰ ਆਪਣੀ ਧੀ ਮੰਨਣ ਲੱਗੇ ਸੀ। ਉਸ ਸਮੇਂ ਪੰਡਿਤ ਤੋਂ 2 ਦਿਨਾਂ ਦੇ ਅੰਦਰ ਦਾ ਨਵਾਂ ਮਹੂਰਤ ਕੱਢਿਆ ਗਿਆ ਅਤੇ ਉਹਨਾਂ ਨੇ ਰਾਜ ਦਾ ਵਿਆਹ ਕਰ ਦਿੱਤਾ। ਰਾਜ ਨੇ ਵਿਆਹ ਦੇ ਪਹਿਲੇ ਹੀ ਦਿਨ ਰਜਨੀ ਨੂੰ ਕਿਹਾ, ਦੇਖ ਰਜਨੀ, ਇਹ ਮੇਰੇ ਮਾਂ-ਪਿਓ ਨੇ, ਬਹੁਤ ਚੰਗੇ ਨੇ ਤੇ ਮੈਂ ਇਹਨਾਂ ਨੂੰ ਬਹੁਤ ਪਿਆਰ ਕਰਦਾ। ਮੇਰੀ ਤਾਂ ਬਸ ਇੱਕ ਬੇਨਤੀ ਹੈ ਕਿ ਤੂੰ ਚਾਹੇ ਜੋ ਵੀ ਕਰੇ, ਪਰ ਜੇ ਤੈਨੂੰ ਕਦੇ ਗੁੱਸਾ ਆਏ ਤਾਂ ਤੂੰ ਸਾਰਾ ਗੁੱਸਾ ਮੇਰੇ ਤੇ ਕੱਢ ਲਈ, ਪਰ ਮੇਰੇ ਮਾਂ-ਪਿਓ ਨੂੰ ਦੁੱਖ ਨਾ ਦੇਈਂ। ਉਹਨਾਂ ਦਾ ਹਮੇਸ਼ਾ ਧਿਆਨ ਰੱਖੀ। ਰਜਨੀ ਨੇ ਵੀ ਹਾਂ ਕਹਿ ਦਿੱਤੀ। ਠੀਕ ਹੈ, ਜਿੱਦਾਂ ਤੁਸੀਂ ਕਹੋਗੇ ਮੈਂ ਉੱਦਾਂ ਹੀ ਕਰਾਂਗੀ। ਰਾਜ ਨੇ ਕਿਹਾ, ਤੂੰ ਤਾਂ ਜਾਣਦੀ ਹੈ ਮੇਰੇ ਮਾਂ-ਪਿਓ ਦੀ ਇਹ ਚੰਗਿਆਈ ਹੈ, ਨਹੀਂ ਤਾਂ ਹਸਪਤਾਲ ਵਿੱਚ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸੀ, ਪਰ ਮੇਰੇ ਮਾਂ-ਪਿਓ ਨੇ ਕਿਸੇ ਨੂੰ ਮੌਕਾ ਨਹੀਂ ਦਿੱਤਾ ਕਿ ਕੋਈ ਤੈਨੂੰ ਕੁਝ ਕਵੇ। ਰਜਨੀ ਨੇ ਕਿਹਾ, ਹਾਂ ਬਾਬਾ, ਠੀਕ ਹੈ, ਕਹਿ ਤਾਂ ਦਿੱਤਾ। ਤੁਹਾਨੂੰ ਕੀ ਮੈਂ ਧਿਆਨ ਰੱਖਾਂਗੀ। ਅੱਖਾਂ ਦੀ ਰੌਸ਼ਨੀ ਜਾਣ ਤੋਂ ਬਾਅਦ ਸ਼ਾਂਤੀ ਜੀ ਹਮੇਸ਼ਾ ਕਹਿੰਦੀ, ਪੁੱਤ ਮੈਂ ਕੁਝ ਮਦਦ ਕਰ ਦੇਵਾਂ, ਪਰ ਰਜਨੀ ਤੋਂ ਪਹਿਲਾਂ ਹੀ ਰਾਜ ਕਹਿ ਦਿੰਦਾ, ਮਾਂ ਤੂੰ ਕਿਉਂ ਪਰੇਸ਼ਾਨ ਹੁੰਨੀ ਹੈ, ਰਜਨੀ ਨੇ ਆਪੇ ਸਾਰਾ ਕੁਝ ਕਰ ਲੈਣਾ ਹੈ। ਤੇ ਫਿਰ ਰਜਨੀ ਨੂੰ ਕਹਿੰਦਾ, ਹਨਾ ਰਜਨੀ, ਤੂੰ ਸਭ ਕੁਝ ਕਰ ਲੇਂਗੀ ਨਾ। ਰਜਨੀ ਵੀ ਝੂਠੀ ਜੀ ਮੁਸਕਰਾਹਟ ਦੇ ਨਾਲ ਸਿਰ ਹਿਲਾ ਦਿੰਦੀ। ਉਹ ਸੋਚਦੇ ਕਿ ਰਜਨੀ ਬਹੁਤ ਚੰਗੀ ਕੁੜੀ ਆ, ਪਰ ਉਹਨਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਰਜਨੀ ਕਿੱਦਾਂ ਦੀ ਕੁੜੀ ਸੀ, ਆਖਰ ਕੀ ਹੋਣ ਵਾਲਾ ਸੀ। ਅਜਿਹਾ ਅਖੀਰ ਦੇਖਦੇ ਹੀ ਦੇਖਦੇ ਉਹ ਦਿਨ ਵੀ ਆ ਗਿਆ ਜਦੋਂ ਰਾਜ ਨੂੰ ਆਪਣੇ ਮਾਂ-ਪਿਓ ਨੂੰ ਛੱਡ ਕੇ ਆਪਣੀ ਡਿਊਟੀ ਤੇ ਵਾਪਸ ਜਾਣਾ ਸੀ। ਰਜਨੀ ਦਾ ਸੁਭਾਅ ਦਿਨ-ਬ-ਦਿਨ ਬਦਲਦਾ ਜਾ ਰਿਹਾ ਸੀ। ਉਸਨੇ 2 ਮਹੀਨੇ ਵਿੱਚ ਹੀ ਆਪਣਾ ਅਸਲੀ ਚਿਹਰਾ ਦਿਖਾਉਣਾ ਸ਼ੁਰੂ ਕਰ ਦਿੱਤਾ। ਉਹਨੇ ਸੱਸ-ਸਹੁਰੇ ਨੂੰ ਰੋਟੀ ਤੇ ਪਾਣੀ ਦੇਣ ਵਿੱਚ ਵੀ ਦੁੱਖ ਮਹਿਸੂਸ ਕਰਦੀ ਸੀ। ਕਦੀ-ਕਦੀ ਤਾਂ ਕਹਿ ਦਿੰਦੀ, ਤੁਸੀਂ ਕੁਛ ਆਪ ਨਹੀਂ ਕਰਦੇ, ਤੁਹਾਡੇ ਲਈ ਮੈਂ ਹੀ ਕਰਦੀ ਰਵਾਂ ਬਸ, ਹੋਰ ਕੋਈ ਕੰਮ ਨਹੀਂ ਕਿ ਮੈਂ ਕੁਛ ਕਰਾਂ। ਤੁਹਾਨੂੰ ਬੈਠੇ-ਬੈਠੇ ਚੰਗਾ ਖਾਣ ਨੂੰ ਚਾਹੀਦਾ ਹੈ, ਨਾ ਕਮਾਉਣ ਦੀ ਚਿੰਤਾ ਤੇ ਨਾ ਬਣਾਉਣ ਦੀ। ਬੈਠੇ-ਬੈਠੇ ਬਸ ਖਾਈ ਜਾਓ। ਉਸਨੇ ਉਹਨਾਂ ਨੂੰ ਰਾਤ ਦਾ ਬਚਿਆ ਖਾਣਾ ਦੇਣਾ ਸ਼ੁਰੂ ਕਰ ਦਿੱਤਾ। ਉਹ ਪਿਆਜ਼ ਤੇ ਅਚਾਰ ਨਾਲ ਵਿਚਾਰੇ ਬਜ਼ੁਰਗ ਸੀ, ਕਹਿੰਦੇ ਵੀ ਕੀ, ਕਿਸ ਨੂੰ ਕਹਿੰਦੇ। ਉਹਨਾਂ ਦਾ ਇਕੱਲਾ ਹੀ ਪੁੱਤ ਸੀ ਜੋ ਦਿਨ-ਰਾਤ ਆਪਣੇ ਦੇਸ਼ ਦੀ ਸੇਵਾ ਕਰਦਾ ਸੀ। ਉਹ ਉਸ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਸੀ, ਇਸ ਲਈ ਉਹ ਕਦੀ ਨਾ ਕਹਿੰਦੇ। ਉਹ ਤਾਂ ਹਰ ਵਕਤ ਮੌਤ ਨੂੰ ਉਡੀਕਦੇ ਰਹਿੰਦੇ ਸੀ। ਬਸ ਇਹੀ ਸੋਚ ਕੇ ਦੋਨੋਂ ਜਣੇ ਸਭ ਕੁਝ ਸਹਿ ਲੈਂਦੇ ਸੀ, ਕਿਉਂਕਿ ਸ਼ਾਇਦ ਉਸ ਤੋਂ ਇਲਾਵਾ ਉਹਨਾਂ ਕੋਲ ਕੋਈ ਹੋਰ ਰਾਸਤਾ ਵੀ ਨਹੀਂ ਸੀ। ਏਦਾਂ ਹੀ ਦਿਨ ਬੀਤ ਰਹੇ ਸੀ। ਇੱਕ ਦਿਨ ਸ਼ਾਂਤੀ ਜੀ ਦੀ ਤਬੀਅਤ ਖਰਾਬ ਸੀ, ਗਰਮੀ ਵੀ ਬਹੁਤ ਸੀ। ਰਾਤ ਦਾ ਖਾਣਾ ਖਾਣ ਕਰਕੇ ਉਹਨਾਂ ਦੀ ਸਿਹਤ ਖਰਾਬ ਹੋ ਗਈ। ਜਦੋਂ ਨੂੰਹ ਨੇ ਮੁੜ ਕੇ ਵੀ ਨਾ ਦੇਖਿਆ ਤਾਂ ਸ਼ਾਮ ਲਾਲ ਜੀ ਨੇ ਗਵਾਂਢ ਦੇ ਬੱਚੇ ਦੀ ਮਦਦ ਨਾਲ ਇੱਕ ਡੰਡਾ ਲੈ ਕੇ ਸ਼ਾਂਤੀ ਜੀ ਨੂੰ ਕਿਸੇ ਡਾਕਟਰ ਕੋਲ ਲੈ ਗਏ, ਪਰ ਜਦੋਂ ਦਿਖਾਇਆ ਤਾਂ ਪਤਾ ਲੱਗਿਆ ਕਿ ਉਹਨਾਂ ਦੀ ਸਿਹਤ ਖਰਾਬ ਬਾਸੀ ਖਾਣ ਕਰਕੇ ਹੋਈ ਹੈ। ਇਹ ਸਭ ਕੁਝ ਤਾਂ ਹੀ ਹੋਇਆ ਸੀ। ਡਾਕਟਰ ਨੇ ਕਿਹਾ ਉਹਨਾਂ ਨੂੰ ਤਾਜ਼ਾ ਤੇ ਹਲਕਾ-ਫੁਲਕਾ ਖਾਣਾ ਦਿਓ। ਸ਼ਾਮ ਲਾਲ ਜੀ ਸ਼ਾਂਤੀ ਨੂੰ ਲਿਆ ਕੇ ਘਰ ਮੰਜੇ ਤੇ ਬਿਠਾਇਆ ਤੇ ਰਸੋਈ ਵਿੱਚ ਨੂੰਹ ਕੋਲ ਗਏ ਕਿ ਬਹੂ, ਮੈਨੂੰ ਭਾਵੇਂ ਬਾਸੀ ਰੋਟੀ ਦੇ ਦੇ, ਪਰ ਆਪਣੀ ਸੱਸ ਨੂੰ ਤਾਜ਼ੀ ਰੋਟੀ ਦੇਈਂ। ਡਾਕਟਰ ਨੇ ਤਾਜ਼ੀ ਰੋਟੀ ਖਾਣ ਨੂੰ ਕਿਹਾ ਹੈ ਅਤੇ ਉਸ ਨੂੰ ਬਹੁਤ ਭੁੱਖ ਲੱਗੀ ਹੈ, ਉਸ ਨੂੰ ਖਾਣਾ ਦੇ ਦੇ। ਨੂੰਹ ਨੇ ਛੇਤੀ ਗੱਲਾਂ ਸੁਣਾਉਂਦੇ ਹੋਏ 2 ਤਾਜ਼ੀਆਂ ਰੋਟੀਆਂ ਦਿੱਤੀਆਂ ਅਤੇ ਸ਼ਾਮ ਲਾਲ ਜੀ ਨੂੰ ਰਾਤ ਦੀ ਬਾਸੀ ਰੋਟੀ ਦੇ ਦਿੱਤੀ। ਵਿਚਾਰੇ ਰੋਟੀਆਂ ਲੈ ਕੇ ਆਪਣੇ ਕਮਰੇ ਵਿੱਚ ਜਾਣ ਲੱਗੇ। ਉਧਰੋਂ ਸ਼ਾਂਤੀ ਜੀ ਨੇ ਆਵਾਜ਼ ਮਾਰੀ, ਸੁਣੋ ਜੀ, ਬਹੁਤ ਭੁੱਖ ਲੱਗੀ ਹੈ, ਕੁਝ ਦਿੱਤਾ ਨੂੰਹ ਨੇ, ਜੇਕਰ ਤਾਜ਼ੀ ਨਹੀਂ ਤਾਂ ਬਾਸੀ ਹੀ ਲਿਆ ਦਿਓ, ਮੈਂ ਉਹੀ ਖਾ ਲਵਾਂਗੀ। ਸ਼ਾਮ ਲਾਲ ਜੀ ਕਮਰੇ ਤੋਂ ਥੋੜੀ ਦੂਰੀ ਤੇ ਸੀ। ਕਹਿਣ ਲੱਗੇ, ਪਰੇਸ਼ਾਨ ਕਿਉਂ ਹੁੰਨੀ ਹੈ ਸ਼ਾਂਤੀ, ਬਸ ਆ ਗਿਆ। ਡੰਡੇ ਦੀ ਮਦਦ ਨਾਲ ਵਿਚਾਰੇ ਆਪਣੇ ਕਮਰੇ ਵੱਲ ਜਾਣ ਲੱਗੇ, ਉੱਥੇ ਹੀ ਗਿਰ ਗਏ। ਪਾਣੀ ਤੇ ਪੈਰ ਪੈਣ ਕਰਕੇ ਉਹ ਫਿਸਲ ਗਏ ਸੀ, ਇਸ ਕਰਕੇ ਉਹ ਗਿਰ ਗਏ, ਜਿਸ ਕਰਕੇ ਉਹਨਾਂ ਦੀ ਚੀਕ ਨਿਕਲ ਗਈ ਤੇ ਉਹਨਾਂ ਦੀ ਰੋਟੀ ਵੀ ਗਿਰ ਗਈ। ਉਧਰ ਸ਼ਾਂਤੀ ਜੀ ਸ਼ਾਮ ਲਾਲ ਜੀ ਦੀ ਚੀਕ ਸੁਣ ਕੇ ਘਬਰਾ ਗਈ ਤੇ ਉਸਨੇ ਆਵਾਜ਼ ਮਾਰੀ, ਤੁਸੀਂ ਠੀਕ ਹੋ ਕੀ ਹੋਇਆ ਤੁਹਾਨੂੰ? ਪਰ ਉਸ ਦੀ ਨੂੰਹ ਨੇ ਰਸੋਈ ਤੋਂ ਬਾਹਰ ਨਿਕਲ ਕੇ ਵੀ ਦੇਖਣਾ ਜ਼ਰੂਰੀ ਨਾ ਸਮਝਿਆ। ਉਹ ਆਪਣੇ ਲਈ ਖੀਰ ਬਣਾ ਰਹੀ ਸੀ ਤੇ ਕਹਿਣ ਲੱਗੀ, ਤੁਸੀਂ ਲੋਕਾਂ ਨੇ ਤਾਂ ਡਰਾਮਾ ਲਾ ਰੱਖਿਆ ਹੈ। ਸ਼ਾਮ ਲਾਲ ਜੀ ਬਹੁਤ ਹਿੰਮਤ ਕਰਕੇ ਖੜੇ ਹੋਏ ਤੇ ਕਿਹਾ, ਸ਼ਾਂਤੀ, ਫਿਕਰ ਨਾ ਕਰ, ਮੈਂ ਠੀਕ ਹਾਂ, ਆਉਣਾ ਹਾਂ ਤੇਰੇ ਕੋਲ। ਤੇ ਫਿਰ ਗਿਰੀਆਂ ਹੋਈਆਂ ਰੋਟੀਆਂ ਚੁੱਕੀਆਂ ਤੇ ਰੋਟੀਆਂ ਨੂੰ ਸਾਫ਼ ਕੀਤਾ। ਫਿਰ ਸ਼ਾਂਤੀ ਜੀ ਦੇ ਕੋਲ ਰੋਟੀ ਲੈ ਕੇ ਪਹੁੰਚੇ ਅਤੇ ਉਹਨਾਂ ਨੂੰ ਰੋਟੀ ਖਾਣ ਲਈ ਦਿੱਤੀ। ਘਰਵਾਲੀ ਦੇ ਚੱਕਰ ਵਿੱਚ ਆਪਣਾ ਧਿਆਨ ਹੀ ਨਾ ਰਿਹਾ। ਉਹਨਾਂ ਦਾ ਪਜਾਮਾ ਗੋਡਿਆਂ ਤੋਂ ਫਟ ਗਿਆ ਤੇ ਗੋਡਿਆਂ ਤੋਂ ਖੂਨ ਨਿਕਲ ਰਿਹਾ ਸੀ, ਪਰ ਉਹ ਸ਼ਾਂਤੀ ਜੀ ਨੂੰ ਰੋਟੀ ਖਵਾ ਰਹੇ ਸੀ ਕਿ ਉਸੇ ਸਮੇਂ ਉਹਨਾਂ ਦੇ ਕਮਰੇ ਬਾਹਰ ਰੱਖਿਆ ਉਹਨਾਂ ਦਾ ਡੰਡਾ ਗਿਰ ਗਿਆ। ਸ਼ਾਮ ਲਾਲ ਜੀ ਬਾਹਰ ਵੱਲ ਦੇਖ ਰਹੇ ਸੀ।
ਕਿ ਕੋਈ ਕੁੱਤਾ ਜਾਂ ਬਿੱਲੀ ਹੋਣੀ ਆਪੇ ਭੱਜ ਜਾਊ। ਪਰ ਇਹ ਕੀ, ਇਹ ਕੋਈ ਹੋਰ ਨਹੀਂ, ਉਹਨਾਂ ਦਾ ਹੀ ਪੁੱਤ ਰਾਜ ਸੀ। ਉਹ ਜਿੱਦਾਂ ਹੀ ਆਪਣੇ ਪਿਓ ਦੇ ਪੈਰਾਂ ਨੂੰ ਹੱਥ ਲਾਉਣ ਲਈ ਨੀਚੇ ਹੋਇਆ, ਉਸ ਦੀ ਨਜ਼ਰ ਉਹਨਾਂ ਦੇ ਗੋਡਿਆਂ 'ਤੇ ਵਹਿੰਦੇ ਖੂਨ 'ਤੇ ਪੈ ਗਈ। ਉਹ ਇੱਕ ਪਲ ਲਈ ਘਬਰਾ ਗਿਆ। ਪਾਪਾ, ਇਹ ਤੁਹਾਨੂੰ ਕੀ ਹੋ ਗਿਆ? ਤੁਹਾਡੇ ਪੈਰਾਂ ਵਿੱਚ ਸੱਟ ਕਿੱਦਾਂ ਲੱਗੀ? ਫਿਰ ਉਸ ਦੀ ਨਜ਼ਰ ਉਹਨਾਂ ਰੋਟੀਆਂ 'ਤੇ ਪਈ ਜੋ ਉਸ ਦੀ ਮਾਂ ਖਾ ਰਹੀ ਸੀ, ਜੋ ਕਿ ਪੂਰੀ ਤਰ੍ਹਾਂ ਨਾਲ ਗੰਦੀਆਂ ਸੀ ਤੇ ਉਹਨਾਂ 'ਤੇ ਮਿੱਟੀ ਲੱਗੀ ਸੀ, ਜੋ ਉਸ ਦੇ ਪਿਤਾ ਜੀ ਉਸ ਨੂੰ ਖਵਾ ਰਹੇ ਸੀ। ਬਿਲਕੁਲ ਬਾਸੀ ਰੋਟੀਆਂ ਸੀ। ਲੱਗਦਾ ਸੀ ਪਤਾ ਨਹੀਂ ਕਿੰਨੇ ਦਿਨਾਂ ਦੀਆਂ ਰੋਟੀਆਂ ਨੇ। ਪਰ ਜਿੱਦਾਂ ਹੀ ਉਸ ਦੇ ਮਾਂ-ਪਿਓ ਨੇ ਇਸ ਗੱਲ ਦਾ ਅੰਦਾਜ਼ਾ ਹੋਇਆ ਕਿ ਰਾਜ ਆ ਗਿਆ, ਤਾਂ ਉਸ ਦੀ ਮਾਂ ਦੀਆਂ ਅੱਖਾਂ ਵਿੱਚੋਂ ਹੰਝੂ ਬਾਹਰ ਆ ਗਏ। ਸ਼ਾਂਤੀ ਜੀ ਤੇ ਸ਼ਾਮ ਲਾਲ ਜੀ ਰੋਣ ਲੱਗੇ ਤੇ ਬਾਹਾਂ ਨੂੰ ਖੋਲ੍ਹ ਕੇ ਰੋਂਦੇ-ਰੋਂਦੇ ਪੁੱਤ ਨੂੰ ਆਪਣੇ ਗਲ ਨਾਲ ਲਾ ਲਿਆ। ਰਾਜ ਆਪਣੇ ਮਾਂ-ਪਿਓ ਦੇ ਗਲੇ ਲੱਗਦਾ ਹੋਇਆ ਕਹਿਣ ਲੱਗਿਆ, ਮਾਂ, ਸਭ ਤੋਂ ਪਹਿਲਾਂ ਮੈਂ ਪਾਪਾ ਨੂੰ ਡਾਕਟਰ ਦੇ ਲੈ ਕੇ ਜਾਣਾ, ਆ ਕੇ ਗੱਲ ਕਰਦਾ। ਉਹ ਜਲਦੀ ਵਿੱਚ ਆਪਣਾ ਬੈਗ ਉੱਥੇ ਸੁੱਟ ਗਿਆ ਅਤੇ ਆਪਣੇ ਪਿਓ ਨੂੰ ਡਾਕਟਰ ਦੇ ਕੋਲ ਲੈ ਕੇ ਗਿਆ। ਉਸ ਦੀ ਘਰਵਾਲੀ ਆਪਣੇ ਕਮਰੇ ਵਿੱਚ ਕੰਨਾਂ 'ਤੇ ਹੈੱਡਫੋਨ ਲਾਈ ਗਾਣੇ ਸੁਣ ਰਹੀ ਸੀ ਤੇ ਆਰਾਮ ਕਰ ਰਹੀ ਸੀ। ਆਪਣੇ ਪਿਓ ਨੂੰ ਡਾਕਟਰ ਨੂੰ ਦਿਖਾ ਕੇ ਜਿੱਦਾਂ ਹੀ ਰਾਜ ਵਾਪਸ ਆਇਆ ਤਾਂ ਦੇਖਿਆ ਉਸ ਦੀ ਘਰਵਾਲੀ ਉਸ ਦੀ ਮਾਂ ਨੂੰ ਉਲਟਾ ਸਿੱਧਾ ਸੁਣਾ ਰਹੀ ਸੀ। ਕਹਿ ਰਹੀ ਸੀ, ਪਤਾ ਨਹੀਂ ਦੋਨੋਂ ਬੁੱਢਾ ਬੁੱਢੀ ਕਦੋਂ ਤੱਕ ਮੇਰੇ ਸਿਰ 'ਤੇ ਨੱਚਣਗੇ। ਪਤਾ ਨਹੀਂ ਇਹਨਾਂ ਨੇ ਕਦੋਂ ਮਰਨਾ। ਜੇ ਮਰ ਜਾਣ ਤਾਂ ਮੇਰਾ ਬੋਝ ਹਲਕਾ ਹੋ ਜਾਏ। ਉਸ ਸਮੇਂ ਰਾਜ ਆ ਗਿਆ ਸੀ ਤੇ ਉਸ ਨੇ ਇਹ ਸਭ ਆਪਣੇ ਕੰਨਾਂ ਨਾਲ ਸੁਣ ਲਿਆ। ਜਿੱਦਾਂ ਹੀ ਉਸ ਨੇ ਇਹ ਸਭ ਸੁਣਿਆ, ਉਹ ਤੇਜ਼ ਆਵਾਜ਼ ਵਿੱਚ ਬੋਲਿਆ ਕਿ ਤੇਰੀ ਇੰਨੀ ਹਿੰਮਤ, ਤੂੰ ਮੇਰੇ ਮਾਂ-ਪਿਓ ਲਈ ਇੰਨਾ ਉਲਟਾ ਸਿੱਧਾ ਬੋਲੇ, ਅਜਿਹੀਆਂ ਗੱਲਾਂ ਕਰੇ, ਉਹਨਾਂ ਦੇ ਮਰਨ ਦੀਆਂ ਤੂੰ ਦੁਆਵਾਂ ਕਰਦੀ ਐਂ। ਮੈਂ ਤੈਨੂੰ ਇਹ ਸੋਚ ਕੇ ਆਪਣੇ ਮਾਂ-ਪਿਓ ਨਾਲ ਛੱਡ ਗਿਆ ਸੀ ਕਿ ਤੂੰ ਉਹਨਾਂ ਦਾ ਧਿਆਨ ਰੱਖੇਂਗੀ, ਪਰ ਤੂੰ ਤਾਂ ਉਹਨਾਂ ਦੀ ਹਾਲਤ ਹੀ ਵਿਗਾੜ ਦਿੱਤੀ। ਉਹਨਾਂ ਦੀ ਜ਼ਿੰਦਗੀ ਨੂੰ ਤੂੰ ਨਰਕ ਕਰ ਦਿੱਤਾ ਤੇ ਉੱਤੋਂ ਕਹਿ ਰਹੀ ਐਂ ਤੇਰੀ ਜ਼ਿੰਦਗੀ ਇਹਨਾਂ ਨੇ ਬਰਬਾਦ ਕਰ ਦਿੱਤੀ। ਜ਼ਿੰਦਗੀ ਤਾਂ ਤੂੰ ਮੇਰੇ ਮਾਂ-ਪਿਓ ਦੀ ਬਰਬਾਦ ਕੀਤੀ ਹੈ। ਉਸ ਨੇ ਆਪਣੇ ਸਹੁਰੇ ਨੂੰ ਫੋਨ ਕਰਕੇ ਬੁਲਾਇਆ ਤੇ ਉੱਥੇ ਆ ਗਏ। ਰਾਜ ਨੇ ਹੱਥ ਜੋੜ ਕੇ ਕਿਹਾ ਕਿ ਤੁਸੀਂ ਮੈਨੂੰ ਮਾਫ਼ ਕਰ ਦਿਓ, ਪਰ ਮੈਂ ਹੁਣ ਤੁਹਾਡੀ ਧੀ ਨੂੰ ਆਪਣੇ ਘਰ ਵਿੱਚ ਹੋਰ ਬਰਦਾਸ਼ਤ ਨਹੀਂ ਕਰ ਸਕਦਾ। ਇਸ ਨੂੰ ਆਪਣੇ ਘਰ ਲੈ ਜਾਓ। ਰਜਨੀ ਦੇ ਪਿਓ ਨੇ ਅਚਾਨਕ ਇਹ ਸਭ ਸੁਣਿਆ ਤਾਂ ਉਹ ਕਹਿਣ ਲੱਗਿਆ, ਪੁੱਤ, ਅਚਾਨਕ ਕੀ ਹੋ ਗਿਆ? ਇੱਦਾਂ ਕਿਉਂ ਕਹਿ ਰਿਹਾ ਹੈ? ਰਾਜ ਨੇ ਸਾਰੀ ਗੱਲ ਉਹਨਾਂ ਨੂੰ ਦੱਸੀ ਤੇ ਕਿਹਾ, ਜਦੋਂ ਮੇਰੇ ਮਾਂ-ਪਿਓ ਦੀ ਇੱਜ਼ਤ ਨਹੀਂ ਕਰ ਸਕਦੀ ਤਾਂ ਮੇਰੀ ਕੀ ਕਰੂਗੀ? ਤੇ ਵੈਸੇ ਵੀ ਮੇਰੇ ਮਾਂ-ਪਿਓ ਦੀ ਸੇਵਾ ਮੈਂ ਆਪ ਕਰ ਸਕਦਾ। ਮੈਨੂੰ ਇਸ ਦੀ ਕੋਈ ਲੋੜ ਨਹੀਂ। ਤੁਸੀਂ ਇਸ ਨੂੰ ਆਪਣੇ ਨਾਲ ਲੈ ਜਾਓ। ਰਾਜ ਦੇ ਪਿਓ ਅਤੇ ਮਾਂ ਦੋਨਾਂ ਨੇ ਮਿਲ ਕੇ ਰਾਜ ਨੂੰ ਸਮਝਾਇਆ ਤੇ ਰਜਨੀ ਨੇ ਵੀ ਆਪਣੇ ਸੱਸ-ਸਹੁਰੇ ਤੋਂ ਹੱਥ ਜੋੜ ਕੇ ਮਾਫ਼ੀ ਮੰਗੀ, ਮੈਨੂੰ ਮਾਫ਼ ਕਰ ਦਿਓ, ਮੈਂ ਇੱਦਾਂ ਤੋਂ ਨਹੀਂ ਕਰਾਂਗੀ। ਫਿਰ ਜਾ ਕੇ ਰਾਜ ਨੇ ਉਸ ਨੂੰ ਮਾਫ਼ ਕੀਤਾ। ਇਸ ਵਾਰ ਉਸ ਨੇ ਆਪਣੇ ਘਰ ਇੱਕ ਨੌਕਰਾਣੀ ਰੱਖੀ ਜੋ ਬਸ ਉਸ ਦੇ ਮਾਂ-ਪਿਓ ਦੀ ਹੀ ਸੇਵਾ ਕਰਦੀ ਤੇ ਹਰ ਸਮੇਂ ਉਹਨਾਂ ਦੇ ਕੋਲ ਰਹਿੰਦੀ ਸੀ ਤੇ ਉਹਨਾਂ ਦਾ ਧਿਆਨ ਰੱਖਦੀ ਕਿ ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ। ਕੁਝ ਸਮੇਂ ਬਾਅਦ ਜਦ ਸਭ ਠੀਕ ਹੋ ਗਿਆ ਤਾਂ ਰਜਨੀ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਤੇ ਉਹ ਹੁਣ ਆਪਣੇ ਸਹੁਰੇ ਦੀ ਬਹੁਤ ਸੇਵਾ ਕਰਦੀ। ਇੱਕ ਦਿਨ ਉਸ ਦੀ ਸੇਵਾ ਨਾਲ ਉਸ ਦੇ ਸੱਸ-ਸਹੁਰੇ ਦੀ ਰੌਸ਼ਨੀ ਵਾਪਸ ਆ ਗਈ। ਜਦੋਂ ਰਾਜ ਆਇਆ ਤਾਂ ਦਾ ਸ਼ੁਕਰੀਆ ਅਦਾ ਕਰਨ ਲੱਗਾ, ਪਰ ਉਸ ਦੇ ਮਾਂ-ਪਿਓ ਨੇ ਜਦੋਂ ਦੱਸਿਆ ਕਿ ਸਾਡੀ ਨੂੰਹ ਨੇ ਸਾਡੀ ਬਹੁਤ ਸੇਵਾ ਕੀਤੀ ਹੈ, ਜਿਸ ਕਰਕੇ ਅਸੀਂ ਠੀਕ ਹੋ ਗਏ, ਤਾਂ ਉਹ ਫੁੱਲਿਆ ਨਾ ਸਮਾਇਆ। ਉਸ ਨੇ ਪੂਰੇ ਦਿਲ ਤੋਂ ਆਪਣੀ ਘਰਵਾਲੀ ਨੂੰ ਮਾਫ਼ ਕਰ ਦਿੱਤਾ ਅਤੇ ਸਾਰੇ ਖੁਸ਼ੀ-ਖੁਸ਼ੀ ਇਕੱਠੇ ਰਹਿਣ ਲੱਗੇ ਅਤੇ ਹੁਣ ਨੌਕਰਾਣੀ ਦਾ ਕੰਮ ਸਿਰਫ ਸਫਾਈ ਕਰਨਾ ਤੇ ਕੱਪੜਿਆਂ ਤੱਕ ਸੀਮਤ ਸੀ। ਬਾਕੀ ਸਾਰੇ ਕੰਮ ਦੀ ਜ਼ਿੰਮੇਵਾਰੀ ਰਜਨੀ ਆਪ ਚੁੱਕਦੀ ਸੀ। ਹਾਂਜੀ ਦੋਸਤੋ, ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ। ਚੰਗੀ ਲੱਗੇ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਕਰਿਓ ਜੀ। ਚੈਨਲ ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ। ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਕਰੋ ਜੀ। ਨਵੀਂ ਕਹਾਣੀ ਫੇਰ ਲੈ ਕੇ ਆਵਾਂਗੇ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।